देखो रजत, सब तो पहली चीज ਕੱਲ ਅਸੀਂ ਫਾਰਮੂਲਾਸ ਕੀਤੇ ਸੀ। ਠੀਕ ਹੈ। ਪੇਬੈਕ ਪੀਰੀਅਡ ਮੈਥਡ। ਇੱਥੇ ਕੀ ਕਿਹਾ ਸੀਗਾ ਅਸੀਂ ਕਿ ਸਰ ਜਿੰਨੇ ਵੀ ਪੈਸੇ ਅਸੀਂ ਇਨਵੈਸਟ ਕੀਤੇ ਆਊਟਫਲੋ ਹੋਇਆ ਸਾਡਾ ਡਿਵਾਈਡਡ ਬਾਈ ਦਾ ਐਨੂਅਲ ਕੈਸ਼ ਇਨਫਲੋਸ, ਉੱਥੋਂ ਸਾਨੂੰ ਕੀ ਮਿਲ ਜਾਂਦਾ, ਕਿੰਨੇ ਸਾਲ 'ਚ ਸਾਡਾ ਪੈਸਾ ਵਾਪਸ ਆ ਜਾਊਗਾ, दैट इज द पेबैक पीरियड। पहली चीज ये हो गई। ठीक है। सिंपली डिवाइड करके आ गया 4 इयर्स। सेकंड चीज किसी की अगर इत्थे तक किसी का पॉइंट की कैश इनफ्लो सेम सी हर साल, तो ਅਸੀਂ सीधा फॉर्मूला लगा सकते हैं। स्पर्श ऐसा नो। अगर अलग अलग सी ਅਸੀਂ क्या फिर क्यूमुलेट करके देखो, की करके देखो, क्यूमुलेट करके देखो। तीजा साल आया जिथे साढ़े 1 लाख रुपीज पूरे हो गए। ठीक है। उस तो अगला कंसेप्ट की सी ਕਿ ਅਗਰ ਕਿਊਮੂਲੇਟ ਕਰਕੇ ਸਿੱਧਾ ਸਿੱਧਾ 1 ਲੱਖ ਜਾਂ ਜੋ ਵੀ ਇਨਵੈਸਟਡ ਆ ਉਹ ਨਾ ਆਏ, ਜਿੱਦਾਂ ਇੱਥੇ 50,000 ਸੀ, ਤਾਂ ਅਸੀਂ ਇਹਦਾ ਫਾਰਮੂਲਾ ਕੀ ਸਿੱਖਿਆ ਸੀ ਕਿ 3 ਇਅਰਸ ਤਾਂ ਲੱਗ ਹੀ ਰਹੇ ਆ, ਸਾਨੂੰ ਚਾਹੀਦਾ 50,000 ਦਾ ਰਿਟਰਨ ਟੋਟਲ। 3 ਸਾਲ ਚ 45,000 ਆ ਗਏ। टोटल आ रहा की रिक्वायर्ड सी 50,000। सो अगर रिक्वायर्ड 50,000 है और 3 साल तक 45 मिले था, अगले साल तो की चाहिए सानू 5,000, पर अगले साल च मिल की रहा 8,000। सो 5/8 ਦੀ ਪ੍ਰੋਪੋਰਸ਼ਨ ਨਾਲ ਲੱਗੀ ਤਾਂ 3.6 to 5 ਈਅਰ ਸਾਡਾ ਕੀ ਬਣਿਆ ਸੀ, ਪੇਬੈਕ ਪੀਰੀਅਡ। ਟਾਈਮ ਹੈ ਨਾ, ਇੰਨਾ ਪਾਰਟ ਆਫ ਅ ਈਅਰ ਆ 3.6 to 5 ਈਅਰਸ। ਠੀਕ ਹੈ। ਉਸ ਤੋਂ ਬਾਅਦ ਅਗਲੀ ਚੀਜ਼ ਅਸੀਂ ਕੀ ਕੀਤੀ ਸੀ ਕਿ ਇੱਥੇ ਸਾਡੀ ਕਿਤੇ ਵੀ ਟਾਈਮ ਵੈਲਿਊ ਆਫ ਮਨੀ ਇਨਵੋਲਵ ਨਹੀਂ ਹੋਈ, ਮਤਲਬ ਇਨਫਲੇਸ਼ਨ ਬਾਰੇ ਜਾਂ ਕਿਸੇ ਵੀ ਫੈਕਟਰ ਬਾਰੇ ਇਦਾਂ ਦੀ ਕੋਈ ਗੱਲ ਨਹੀਂ ਹੋਈ। ਸੋ ਅਗਲੀ ਚੀਜ਼ ਆਈ ਕਿ ਇਹਨਾਂ ਨੂੰ ਡਿਸਕਾਊਂਟਿੰਗ ਫੈਕਟਰ ਵੀ ਲਗਾਇਆ ਜਾ ਸਕਦਾ ਹੈ ਕਿ ਅੱਜ ਦੇ 100 ਰੁਪਏ ਔਰ ਕੱਲ ਦੇ 100 ਰੁਪਏ ਸੇਮ ਨਹੀਂ ਹੁੰਦੇ। ਠੀਕ ਹੈ। ਸੋ ਜਿਹੜੇ ਕੁਝ 1 ਸਾਲ ਬਾਅਦ ਦਾ ਪੈਸਾ ਆ ਉਹਨੂੰ ਅੱਜ ਤੇ ਲੈ ਕੇ ਆਣਾ ਤਾਂ ਡਿਸਕਾਊਂਟਿੰਗ ਫੈਕਟਰ 1 ਸਾਲ ਦੇ ਅਕੋਰਡਿੰਗ ਲੱਗ ਜਾਊਗਾ, 2 ਸਾਲ ਵਾਲੇ ਨੂੰ ਲਿਆਣਾ ਤਾਂ 2 ਸਾਲ ਅਕੋਰਡਿੰਗ ਲੱਗ ਜਾਊਗਾ। कैलकुलेशन की सी, अगर 5% का डिस्काउंटिंग फैक्टर करना था की लगाओगे बोलो, 1/1.05 इक्वल टू करी जाओगे करी जाओगे करी जाओगे, अगले अगले साल की वैल्यूज ਤੁਹਾਡੇ को डिस्काउंटिंग फैक्टर्स इस तरह आंदे रहोगे। ठीक है। क्लियर होगी चीज। ਹੁਣ ਅਗਰ ਤੁਸੀਂ ਉਸ ਇਨਫਲੋਸ ਦੇ ਉੱਪਰ ਡਿਸਕਾਊਂਟਿੰਗ ਫੈਕਟਰ ਲਗਾ ਦਿੱਤਾ, ਮਲਟੀਪਲਾਈ ਕਰਤਾ, ਪ੍ਰੈਜ਼ੈਂਟ ਵੈਲਿਊ ਫੈਕਟਰ ਕਹਿ ਲਓ ਜਾਂ ਡਿਸਕਾਊਂਟਿੰਗ ਫੈਕਟਰ ਕਹਿ ਲਓ, ਤੁਹਾਨੂੰ ਆਪਣੇ ਕੈਸ਼ ਇਨਫਲੋਸ ਦੇ ਕੀ ਮਿਲ ਜਾਂਦੇ, ਪ੍ਰੈਜ਼ੈਂਟ ਵੈਲਿਊਜ਼ ਮਿਲ ਜਾਂਦੇ ਕਿ 1 ਸਾਲ ਬਾਅਦ ਦੇ 10,000 ਰੁਪੀਸ ਅੱਜ ਦੇ ਤਾਂ ਇਹ ਆ, 2 ਸਾਲ ਬਾਅਦ ਦੇ 10,000 ਰੁਪੀਸ ਅੱਜ ਦੇ 8260 ਹੈ। ਠੀਕ ਹੈ। ਸੋ ਤੁਹਾਨੂੰ ਆ ਪਤਾ ਚੱਲ ਗਿਆ ਕਿ ਅਗਰ ਇੱਕ ਆਮ ਇਨਸਾਨ ਨੂੰ ਕਹੋਗੇ, ਉਹਨੂੰ ਕਹੋਗੇ 10,000 5 ਸਾਲ ਆਊਗਾ, ਉਹ ਕਹੂਗਾ ਅੱਛਾ 50,000 ਆ ਗਿਆ, ਪਰ ਤੁਸੀਂ ਫਾਈਨੈਂਸ਼ੀਅਲ ਮੈਨੇਜਮੈਂਟ ਪੜ੍ਹ ਲਈ, ਤੁਸੀਂ ਕਹੋਗੇ ਉਹ ਕੀ ਆ, 37,900 ਆ, ਸਿਰਫ 50,000 ਨਹੀਂ। ਅਗਰ 10% ਇਨਫਲੇਸ਼ਨ ਚੱਲਦੀ ਹੋਏ ਜਾਂ ਇੰਟਰਸਟ ਰੇਟ ਹੋਏ ਜੋ ਵੀ। ਠੀਕ ਹੈ। ਇਹੀ ਚੀਜ਼ ਰਿਵਰਸ ਹੋ ਸਕਦੇ ਕਿ ਅਗਰ ਤੁਸੀਂ ਅੱਜ 37,900 ਰੁਪਏ ਲਗਾ ਦੋਗੇ, ਤੁਹਾਨੂੰ 5 ਸਾਲ ਬਾਅਦ ਟੋਟਲ 50,000 ਹੋ ਜਾਓਗੇ ਇਸ ਇੰਟਰਸਟ ਰੇਟ ਅਕੋਰਡਿੰਗ। ਉੱਥੋਂ ਅਸੀਂ ਰਿਵਰਸ ਸੋਚ ਰਹੇ ਹਾਂ ਕਿ ਟੋਟਲ 5 ਸਾਲ ਦੇ ਐਂਡ 'ਚ ਮੇਰੇ ਹੱਥ 'ਚ 50,000 ਹੋ ਗਏ, ਮਤਲਬ ਇੱਕ ਇੱਕ ਸਾਲ ਦੇ ਅਕੋਰਡਿੰਗ ਅੱਜ ਕੀ ਹੋਊਗਾ। ਠੀਕ ਹੈ। ਸੋ ਇਹ ਸਾਰਾ ਸੀ ਡਿਸਕਾਊਂਟਿੰਗ ਫੈਕਟਰ ਲਗਾਉਣ ਦਾ ਪੈਟਰਨ। ਇਹਦੇ ਤੇ ਹੀ ਸਭ ਤੋਂ ਪਹਿਲਾਂ ਹੁਣ ਅੱਜ ਕੁਐਸਚਨ ਦੇਖੀਏ, ਇੱਕ ਐਕਸਰਸਾਈਜ਼ 15 ਕੀ ਲਿਖਿਆ ਪੜੋ। The financial manager of a company has to advise the board of directors on choosing between the two competing project proposals which requires equal investment of rupees 1 lakh। ਤੁਹਾਡੇ ਕੋਲ ਦੋ ਪ੍ਰੋਜੈਕਟ ਸੀਗੇ, ਕਿੰਨੇ ਕਿੰਨੇ ਪੈਸੇ ਲਗਾਣੇ, 1 ਲੱਖ ਈਚ ਲਗਾਣੇ। ਤੁਸੀਂ ਹੁਣ ਆ ਸੋਚਣਾ ਕਿ ਸਾਡੇ ਲਈ ਦੋਨਾਂ ਚੋਂ ਬੈਸਟ ਕਿਹੜਾ ਪ੍ਰੋਜੈਕਟ। ਠੀਕ ਹੈ। ਸੋ ਪ੍ਰੋਜੈਕਟ 1 ਦੇ ਵਿੱਚ ਦੇਖੋ ਲਾਈਨ ਕੀ ਲਿਖੀ, these are expected to generate the cash flows, मतलब है इनफ्लोज आ। प्रोजेक्ट 1 ਦਾ ਇਨਫਲੋ ਕੀ ਹੈ, ਫਸਟ ਈਅਰ ਦੇ ਐਂਡ ਚ 48, then 32, then 20 nil 24 12,000, ਔਰ ਸੈਕੰਡ ਪ੍ਰੋਜੈਕਟ ਵਿੱਚ ਵੀ ਗਿਵਨ ਐਜ਼ ਇਟ ਇਜ਼। ਤੁਸੀਂ ਆ ਸੋਚਣਾ ਕਿ ਸਾਡੇ ਲਈ ਦੋਨਾਂ ਚੋਂ ਬੈਸਟ ਪ੍ਰੋਜੈਕਟ ਕਿਹੜਾ ਆ। ਉਹਨਾਂ ਨੇ ਕਿਹੜਾ ਮੈਥਡ ਕਿਹਾ, ਕਹਿੰਦਾ ਵਿਚ ਪ੍ਰੋਜੈਕਟ ਪ੍ਰਪੋਜ਼ਲ ਸ਼ੁੱਡ ਬੀ ਰਿਕਮੈਂਡਡ ਐਨੀਵੇ ਐਨੀ ਐਂਡ ਵਾਈ assume the cost of capital to be 10% per annum। कॉस्ट ऑफ कैपिटल मतलब डिस्काउंटिंग रेट किया कितना बोलो, 10% पर एनम। तो तुसी अगर ये डिस्काउंटिंग रेट लगाना है, प्रेजेंट वैल्यूज कैलकुलेट करोगे। एक चीज दसो, 10% का डिस्काउंटिंग फैक्टर कितना सॉल्व करना है, 1.1.10 करोगे, इक्वल टू करी जाओगे कि वो गिवन ही है सारे। दसो फिर तुसी अपनी खुद कैलकुलेशन नहीं करनी।
ਗਿਵਨ ਆ ਤਾਂ ਉੱਥੋਂ ਪਿਕ ਕਰਨਾ। ਉਹਦੀ ਰੀਜ਼ਨ ਹੋ ਸਕਦਾ ਤੁਸੀਂ ਕਿਸੇ ਜਗ੍ਹਾ ਤੇ ਰਾਉਂਡਿੰਗ ਆਫ ਅਲੱਗ ਕਰ ਦਿਓ, ਤੁਸੀਂ ਕਿਸੇ ਜਗ੍ਹਾ ਤੇ 2 ਡੈਸੀਮਲ ਲੈ ਲਓ ਜਾਂ 4 ਲੈ ਲਓ, ਜਾਂ ਤੁਸੀਂ 3 ਲੈ ਲਓ, ਉਹਨੇ 2 ਲਏ ਹੁਣ। ਉਹ ਨਹੀਂ, ਉਹ ਆ ਦੇਖ, ਮਿਸ ਪ੍ਰਿੰਟ ਆ, ਠੀਕ ਹੈ, 6th ਈਅਰ ਦਾ ਆਇਆ, ਠੀਕ ਹੈ। ਸੋ ਪੁਆਇੰਟ ਕੀ ਆ ਕਿ ਡਿਸਕਾਊਂਟਿੰਗ ਫੈਕਟਰਸ ਦੀ ਕਨਸੈਪਟ ਤੇ ਆਈਏ ਕਿ ਸਾਨੂੰ ਅਗਰ ਗਿਵਨ ਆ ਕੈਲਕੂਲੇਟਡ ਤਾਂ ਅਸੀਂ ਆਪਣਾ ਦਿਮਾਗ, ਆਪਣੀ ਕੈਲਕੂਲੇਸ਼ਨ ਨਹੀਂ ਲਗਾਣੀ, ਕਿਉਂਕਿ ਉਹਦੇ ਕਰਕੇ ਆਨਸਰ 'ਚ ਫਰਕ ਆ ਸਕਦਾ ਹੈ। ਯੈਸ অর ਨੋ? ਓਕੇ, ਹੁਣ ਇੱਥੇ ਕਿਹੜਾ ਕਿਹੜਾ ਮੈਥਡ ਲਗਾਉਣਾ ਚਾਹੀਦਾ? ਇੱਥੇ ਪੇਬੈਕ ਦੀ ਤੱਕ ਪਹਿਲੀ ਗੱਲ ਕਿਤੇ ਗੱਲ ਨਹੀਂ ਕਹੀ, ਔਰ ਡਿਸਕਾਊਂਟਿੰਗ ਰੇਟ ਗਿਵਨ ਆ, ਤਾਂ ਕੱਲ ਆਪਾਂ ਇੱਕ, ਔਰ ਪੈਸੇ ਤੁਸੀਂ ਲਗਾ ਰਹੇ ਹੋ ਸੇਮ 1 ਲੱਖ, ਠੀਕ ਹੈ, ਕਿੰਨੇ ਰੁਪਏ ਲਗਾ ਰਹੇ? 1 ਲੱਖ। ਤਾਂ ਤੁਸੀਂ ਇਹਦੇ ਵਿੱਚ ਨਾਰਮਲੀ ਦੋ ਮੈਥਡਸ ਨਾਲ ਸੋਚ ਸਕਦੇ ਇਹਦੇ ਵਿੱਚ। ਇੱਕ ਤੁਸੀਂ ਕੱਲ ਸਿੱਖਿਆ ਸੀ ਡਿਸਕਾਊਂਟਿੰਗ ਪੇਬੈਕ, ਡਿਸਕਾਊਂਟਿੰਗ ਤਾਂ ਲੱਗਣੀ ਕਿਉਂਕਿ ਡਿਸਕਾਊਂਟਿੰਗ ਰੇਟ ਗਿਵਨ ਆ। ਜਾਂ ਫਿਰ ਕੱਲ ਇੱਕ ਹੋਰ ਕਿਹੜਾ ਮੈਥਡ ਸਿੱਖਿਆ ਸੀ, ਯਾਦ ਕਰੋ? ਨਹੀਂ, ਉਸ ਤੋਂ ਪਹਿਲਾਂ नेट प्रेजेंट वैल्यू, ठीक है। की करना हम सुनो, ध्यान ਨਾਲ सुनो। सॉल्विंग करोगे तो की करोगे, पहला ਤੁਸੀਂ प्रोजेक्ट 1 ਦੀ ਗੱਲ ਕਰੋਗੇ, यस और नो? प्रोजेक्ट 1 ਦੇ ਅੰਦਰ अगर ਤੁਸੀਂ PVCI फाइंड करनी, की फाइंड करना? प्रेजेंट वैल्यू ऑफ कैश इनफ्लोस। लिखो चलना ला जल्दी, साडी बुक ਤੇ सेम 15 है, लिखो एक्सरसाइज 15 लिखो, मैं दसन लगा। एक्सरसाइज 15, पेज नंबर बता, 3.76, ठीक है। पहली चीज की लिखिए, हाँ देखियो, हेडिंग की लिख ली पहला, डिस्काउंटेड पे बैक पीरियड। सुनियो ध्यान ना, सोल्ड पे सामने सुन लो एक बार पहला स्पर्श। प्रोजेक्ट 1 आया, की लिखिया स्टेटमेंट शोइंग प्रेजेंट वैल्यूज ऑफ कैश इनफ्लोज। ईयर लिख ले सारे, इनफ्लोज लिख ले जो गिवन सी, 10% डिस्काउंटिंग फैक्टर गिवन इसी क्वेश्चन, 3 कॉलम्स, कोई डाउट? चौथे च की करना, दोनों ਨੂੰ ਮਲਟੀਪਲਾਈ, ਜੋ ਇਨਫਲੋਜ਼ ਆ ਉੱਤੇ ਫੈਕਟਰ ਮਲਟੀਪਲਾਈ ਕਰ ਦਿਓ ਪ੍ਰੈਜ਼ੈਂਟ ਵੈਲਿਊ ਫੈਕਟਰਸ। ਕੀ ਉਹ ਜਿਹੜਾ 48000 1 ਸਾਲ ਬਾਅਦ ਦਾ ਆ ਉਹ ਅੱਜ ਦੀ ਵੈਲਿਊ ਤੇ ਆ ਗਿਆ, 2 ਸਾਲ ਬਾਅਦ ਦੇ 32000 ਅੱਜ ਦੀ ਵੈਲਿਊ ਤੇ ਆ ਗਏ, ਮੀਨਸ ਸਾਡੇ ਕੋਲ 4th ਕਾਲਮ ਬਣ ਗਿਆ ਪ੍ਰੈਜ਼ੈਂਟ ਵੈਲਿਊ ਆਫ ਕੈਸ਼ ਇਨਫਲੋਸ। ਉੱਥੋਂ ਟੋਟਲ ਕੀ ਮਿਲ ਗਿਆ? ਪੀਵੀਸੀ ਆਏ। ਇੱਥੇ ਤੱਕ ਕੋਈ ਡਾਊਟ? ਠੀਕ ਹੈ। ਹੁਣ ਤੁਸੀਂ ਹੱਲੇ ਮੈਥਡ ਕਿਹੜਾ ਲਗਾ ਰਹੇ ਹੋ? ਡਿਸਕਾਊਂਟਡ ਪੇ ਬੈਕ ਪੀਰੀਅਡ। ਪੇ ਬੈਕ ਪੀਰੀਅਡ ਕੀ ਕਹਿੰਦਾ ਸੀ ਕਿ ਜਿਹੜੇ ਵੀ ਕੈਸ਼ ਇਨਫਲੋਸ ਆ ਉਹਨੂੰ ਕੀ ਕਰੋ? ਕਿਊਮੂਲੇਟ ਕਰੋ। ਕੀ ਕਰੋ? ਕਿਊਮੂਲੇਟ ਕਰੋ ਕਿ ਆਪਣਾ 1 ਲੱਖ ਰੁਪਏ ਪੂਰੇ ਕਿੱਥੇ ਹੋ ਰਹੇ ਆ, ਠੀਕ ਹੈ। ਪੁਆਇੰਟ ਇੰਪੋਰਟੈਂਟ ਕੀ ਆ ਕਿ ਜਦ ਡਿਸਕਾਊਂਟਡ ਪੇਬੈਕ ਆਊਗਾ ਤਾਂ ਕਿਊਮੂਲੇਟ ਵੀ ਕਿਹਨੂੰ ਕਰਨਾ? ਪ੍ਰੈਜ਼ੈਂਟ ਵੈਲਿਊਜ਼। ਸਿੱਧਾ ਸਿੱਧਾ 48 ਔਰ 32 ਵਾਲਿਆਂ ਤੇ ਨਹੀਂ ਕਿਊਮੂਲੇਸ਼ਨ ਲਗਾਣੀ, ਕਿੱਥੇ ਲਗਾਣੀ? ਡਿਸਕਾਊਂਟਿੰਗ ਕਰਨ ਤੋਂ ਬਾਅਦ ਕਿਊਮੂਲੇਟਿੰਗ ਕਰੋਗੇ, ਯੈਸ ਔਰ नो? ਸਿੰਪਲ ਇਹੀ ਫਰਕ ਆ। ਅਗਰ ਇੱਥੇ ਨਹੀਂ ਕਰਨਾ, ਇੱਥੇ ਕਰਨਾ, ਫੇਰ ਤਾਂ ਪੇਬੈਕ ਹੀ ਸਿੰਪਲ ਹੋ ਗਿਆ। ਓਕੇ, ਕਿਊਮੂਲੇਟ ਕਰਨਾ ਆ ਰਿਹਾ ਕਿਦਾਂ ਕਰਦੇ? ਯਾਦ ਹੈ ਜਿੱਦਾਂ F ਤੋਂ CF ਬਣਾਉਂਦੇ ਸੀ, ਠੀਕ ਹੈ। ਸਾਡੇ ਕੋਲ ਆ ਪੂਰਾ ਹੋ ਗਿਆ ਕਿਊਮੂਲੇਸ਼ਨ। ਹੁਣ ਦੱਸੋ ਤੁਹਾਨੂੰ ਪੈਸੇ ਕਿੰਨੇ ਚਾਹੀਦੇ ਸੀ ਜਿੰਨਾ ਇਨਵੈਸਟ ਕੀਤੇ? 1 ਲੱਖ ਰੁਪਏ। 1 ਲੱਖ ਰੁਪਏ ਕਿੱਥੇ ਪੂਰੇ ਹੋ ਰਹੇ? 5th ਈਅਰ ਤੋਂ ਬਾਅਦ ਆ ਜਗ੍ਹਾ ਤੇ ਕੰਪਲੀਟ ਪੂਰੇ ਹੋ ਰਹੇ ਸੀ, ਮਤਲਬ 5 ਸਾਲ ਤਾਂ ਪੂਰੇ ਲੱਗੂਗੇ ਹੀ। ਪੇਬੈਕ ਪੀਰੀਅਡ ਕਿੱਦਾਂ ਆਊਗਾ? 5 ਇਅਰਸ ਤਾਂ ਆਊਗਾ ਹੀ, ਪਲੱਸ 6ਵੇਂ ਸਾਲ ਚੋਂ ਕਿੰਨੇ ਪੈਸੇ ਚਾਹੀਦੇ ਆ? that is 1 lakh minus 99988, ਠੀਕ ਹੈ। ਔਰ 6th ਈਅਰ ਚੋਂ ਮਿਲਦੇ ਕੀ ਪਏ ਆ? ਉਹ ਇਹ ਦੋਨਾਂ ਦਾ ਡਿਫਰੈਂਸ, ਠੀਕ ਹੈ। ਸੋ ਕੀ ਆਊਗਾ? 5 ਇਅਰਸ ਤਾਂ ਲੱਗਣਾ ਹੀ ਹੈ, प्लस
1 लाख माइनस 99988 अपॉन 1 लाख 6,756 माइनस 99988 ਤੁਹਾਡੇ ਕੋ ਆ ਜਾਊਗਾ ਕਿੰਨੇ ਸਾਲ ਪ੍ਰੋਪਰ ਲੱਗੂਗਾ। ਤੁਸੀਂ ਦੇਖ ਸਕਦੇ ਕੀ ਆंसर ਆਇਆ 5.002 ਇਅਰਸ। ਕਿਉਂ? ਕਿਉਂਕਿ 6ਵੇਂ ਸਾਲ ਤੋਂ ਸਿਰਫ 12 ਰੁਪਏ ਚਾਹੀਦੇ ਸੀ ਸਾਨੂੰ, ਤਾਂ ਬਹੁਤ ਛੋਟੀ ਗੱਲ। ਪਰ 5 ਇਅਰਸ ਚ ਪੈਸੇ ਪੂਰੇ ਨਹੀਂ ਹੋਏ ਇਹ ਪਤਾ, ਇਸ ਲਈ 5 ਪੁਆਇੰਟ ਸਮਥਿੰਗ ਬਣਿਆ। इजी। कोई डाउट आ रहा? पक्का? ठीक है, ये चीज तुसी दोनों प्रोजेक्ट्स ना कर सकते, स्पष्ट डाउट? उस तो बाद सेकंड मेथड में केड़ा क्या ਤੁਹਾਨੂੰ एनपीवी। एनपीवी की है नेट प्रेजेंट वैल्यू। ਸਰ ਜਿੰਨੇ ਪੈਸੇ ਇੱਕ ਪ੍ਰੋਜੈਕਟ 'ਚ ਲਗਾ ਰਹੇ ਉਹਦੇ ਆਊਟਫਲੋਜ਼ ਦੀ ਪ੍ਰੈਜ਼ੈਂਟ ਵੈਲਿਊ ਦੇਖ ਲਓ ਔਰ ਉਹਦੇ ਇਨਫਲੋਜ਼ ਦੀ ਪ੍ਰੈਜ਼ੈਂਟ ਵੈਲਿਊ ਦੇਖ ਲਓ ਕਿ ਇਨਫਲੋਜ਼ ਦੀ ਪ੍ਰੈਜ਼ੈਂਟ ਵੈਲਿਊ ਆ ਚੁੱਕੀ ਤੁਹਾਡੇ ਕੋਲ ਪਹਿਲੇ। ਆਊਟਫਲੋਜ਼ ਦੀ ਕਿੱਦਾਂ ਆਊਗੀ? ਆਊਟਫਲੋਜ਼ ਦਾ ਵੀ ਚਾਰਟ ਸੋਚ ਲਓ। ਆਊਟਫਲੋ ਕਦ ਹੋ ਰਿਹਾ? ਪ੍ਰੋਜੈਕਟ 'ਚ ਪੈਸੇ ਲਗਾਏ ਅੱਜ। ਅੱਜ ਮਤਲਬ ਜ਼ੀਰੋ ਪੀਰੀਅਡ ਤੇ। 1 ਕਿਹਨੂੰ ਕਹਿੰਦੇ? 1 ਸਾਲ ਬਾਅਦ ਨੂੰ। ਜ਼ੀਰੋ ਕਿਹਨੂੰ ਕਹਿੰਦੇ? ਅੱਜ ਨੂੰ। ਅੱਜ ਮਤਲਬ ਜ਼ੀਰੋ, ਯਾਦ ਰੱਖਣਾ ਐਫਐਮ ਦੇ ਵਿੱਚ ਬਹੁਤ ਇੰਪੋਰਟੈਂਟ ਕਨਸੈਪਟ ਹੈ। ਅੱਜ ਮਤਲਬ ਜ਼ੀਰੋ ਟਾਈਮ, ਠੀਕ ਹੈ। 1 ਮਤਲਬ ਐਟ ਦਾ ਐਂਡ ਆਫ ਈਅਰ 1। ਸੋ ਜ਼ੀਰੋ ਟਾਈਮ ਤੇ ਤੁਸੀਂ 1 ਲੱਖ ਰੁਪਏ ਇਨਵੈਸਟ ਕੀਤਾ, ਆਊਟਫਲੋ ਹੋ ਗਿਆ। ਇਹਦੀ ਪ੍ਰੈਜ਼ੈਂਟ ਵੈਲਿਊ ਕੀ ਹੈ? ਅੱਜ ਵਾਲੇ ਪੈਸੇ ਦੀ ਵੈਲਿਊ ਚੇਂਜ ਹੁੰਦੀ ਕਿ ਉਹੀ ਆ? ਉਹੀ ਹੈ, ਮੀਨਸ ਇਹਦਾ ਪ੍ਰੈਜ਼ੈਂਟ ਵੈਲਿਊ ਫੈਕਟਰ ਵਿਲ ਬੀ ਫੁੱਲ 1। ਤਾਂ ਪ੍ਰੈਜ਼ੈਂਟ ਵੈਲਿਊ ਕੀ ਹੋਈ? 1 ਲੱਖ। ਤਾਂ ਜਿਸ ਪ੍ਰੋਜੈਕਟ 'ਚ ਤੁਸੀਂ ਅੱਜ 1 ਲੱਖ ਰੁਪਏ ਲਗਾ ਰਹੇ ਹੋ, ਤੁਹਾਨੂੰ ਅੱਜ ਰਿਟਰਨ ਕੀ ਆ ਰਹੀ? 1,06,756। ਸੋ ਨੈਟ ਪ੍ਰੈਜ਼ੈਂਟ ਵੈਲਿਊ ਕੀ ਹੋਈ ਉਹਦੀ? 6756, that is PVCI minus PVCO। so NPV आ गया ਤੁਹਾਡੇ ਕੋਲ 6756। कोई डाउट? दिस इज नेट प्रेजेंट वैल्यू। ਇਹ ਪੋਜ਼ਿਟਿਵ ਆਈ ਹੈ। ਇੱਥੋਂ ਦੇਖ ਕੇ ਕੀ ਪਤਾ ਚੱਲਿਆ ਕਿ ਪ੍ਰੋਜੈਕਟ ਵਿੱਚ ਇੰਨੇ ਪੈਸੇ ਸਾਨੂੰ ਨੈਟ ਬਚਨੇ ਆ, ਠੀਕ ਆ, फेवरेबल ही आ। ठीक है, यस और नो? ये फेवरेबल है, यस और नो? ठीक है। और पेबैक तो सानू समझ आ गया कि 5 इयर्स लगूगे, 5.002 इयर्स लगूगे साडे पैसे पूरे होने नू। ठीक है। नेट प्रेजेंट वैल्यू का फॉर्मूला दसियो। प्रेजेंट वैल्यू ऑफ कैश इनफ्लोज माइनस प्रेजेंट वैल्यू ऑफ कैश आउटफ्लोज। टोटल ओवरऑल इनफ्लो कितने हुए 6 साल दे? ओवर ते आज आउटफ्लो की होया? अगर ये पॉजिटिव आया मतलब फेवरेबल है, अगर जीरो आया तो कोई फर्क ही नहीं है, लगाओगे फिर पैसे होते नहीं। अगर नेगेटिव आया फिर तो लॉस है कि 1 लाख लगाया बाद 6 साल 80,000 रुपये वापस आने, तो 20,000 नेगेटिव है, कोई फायदा नहीं। ਇਹਦਾ ਇੱਕ ਹੋਰ ਮੈਥਡ ਕਿਹੜਾ ਸੀ? ਪੀਆਈ ਪ੍ਰੋਫਿਟੇਬਿਲਿਟੀ ਇੰਡੈਕਸ। ਉਹਦਾ ਕੀ ਫਾਰਮੂਲਾ ਆ? ਪੀਵੀਸੀਆਈ ਡਿਵਾਈਡਡ ਬਾय ਪੀਵੀਸੀਓ। ਇਹ ਆਬਵੀਅਸਲੀ 1 ਤੋਂ ਉੱਪਰ ਆਊਗਾ ਤਾਂ ਫੇਵਰੇਬਲ ਆ क्योंकि डिवाइड विच आ, एनपीवी वाज इन द सबट्रैक्शन। बोले यस और नो? अगर एनपीवी पॉजिटिव आया तो पीआई ਤੁਹਾਡਾ ग्रेटर देन 1 ही आऊगा और ये दोनों फेवरेबल आ। बोलो कोई डाउट किसी ने? एक्सरसाइज 15 कोई डाउट एवरीवन? की हो जाएगा दोनों प्रोजेक्ट्स का? एक क्वेश्चन और सुनो। प्रेजेंटेशन भी क्लियर होगी? यस और नो? हाँ वाला देखियो। द तमिलनाडु फर्टिलाइजर्स लिमिटेड is considering a proposal for the investment of rupees 5 lakhs on product development which is expected to generate net cash inflows for 6 years। inflows कितने बोलो? inflows देते सारे? yes। the following are the present value factors at 15% solve करके देते। ਹੁਣ ਇੱਥੇ ਦੇਖੋ ਨੇ ਦੋ ਦੋ ਡੈਸੀਮਲ ਲਏ, ਅਗਰ ਅਸੀਂ ਖੁਦ ਕੈਲਕੂਲੇਟ ਕਰਨ ਲੱਗੇ ਅਸੀਂ ਤਿੰਨ ਲੈ ਲਏ ਤਾਂ ਗਲਤ ਹੋ ਜਾਣਾ ਆਨਸਰ ਸਾਡਾ। ਇਸ ਲਈ ਜਦ ਉਹਨੇ ਗਿਵਨ ਆ ਫੈਕਟਰਸ ਤਾਂ ਆਪ ਕੈਲਕੂਲੇਟ ਨਹੀਂ ਕਰਨੇ। ਕੀ ਕਿਆ क्वेश्चन है? कॉस्ट ऑफ कैपिटल 15%। हाँ जी, वो सानू डिस्काउंटिंग रेट तो ही समझ आ गया सी। यस और नो?
एडवाइज द कंपनी ऑन द डिजायरेबिलिटी और अदरवाइज ऑफ एक्सेप्टिंग द प्रपोजल। दसो करिए एक्सेप्ट के नहीं तो किदा कर सकते अगेन, एनपीवी नाल या पीआई नाल। पीआई ਦਾ ਇੱਕ ਹੋਰ ਵੀ ਨਾਮ ਹੁੰਦਾ डिजायरेबिलिटी इंडेक्स, डिजायरेबिलिटी फैक्टर या डिजायरेबिलिटी इंडेक्स। ਤਾਂ ਉਹਨੇ डिजायरेबिलिटी वर्ड भी किया, सो ਤੁਸੀਂ दोनों वेज ना कर सकते एनपीवी और पीआई ਦੇ ਨਾਲ। ਕੀ ਕਰੋਗੇ कि स्पर्श पीवीसीआई पता, कैश इनफ्लोस पता, पहला प्रेजेंट वैल्यू फैक्टर्स पता, दो कॉलम्स आ गए। पहला कॉलम ईयर ਦਾ, दूजा कैश इनफ्लोस ਦਾ, तीजा फैक्टर्स ਦਾ पीवीएफ प्रेजेंट वैल्यू फैक्टर्स। ठीक है, फिर ये दोनों ਨੂੰ ਕੀ ਕਰੋਗੇ ਮਲਟੀਪਲਾਈ ਕੀ ਆ ਜਾਊਗੇ प्रेजेंट वैल्यू ऑफ कैश इनफ्लोस, ਉਹਦਾ टोटल आ जाऊगा पीवीसीआई। दूजी चीज की चाहिए थी पीवीसीओ, आउटफ्लो तो सिर्फ एक ही है और आज ही है, वो सेम ही रहूगा, पीवीसीओ भी आ गया। ठीक है, आफ्टर दैट एनपीवी किया होगा माइनस करके और पीआई किया होगा डिवाइड करके, एनपीवी तो आ जाऊगा। ਉਹ ਨਾਰਮਲੀ ਉਦਾਂ ਰਹਿਣ ਦੋ ਜਦ ਤੱਕ ਉਹ ਕਹਿੰਦਾ ਨਹੀਂ, ਐਨਪੀਵੀ ਔਰ ਇਹਨੂੰ ਫੋਕਸ ਕਰੋ ਸਾਇਲੈਂਸ ਦਿਖਾਣਾ। ਔਰ ਕੀ ਤੁਹਾਨੂੰ ਕੈਲਕੂਲੇਟਰ ਤੇ ਮੈਮਰੀ ਲਗਾਣੀ ਆਂਦੀ ਸਭ ਨੂੰ ਹੁਣ ਯਾਦ ਆ, ਭੁੱਲ ਗਈ? कैलकुलेट हुणी लगाओ, 0 × 0.87 था, 0 ही आऊगा। 0 × सुनो 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 0 × 0.87 था, 0 ही आऊगा। अगला करो 100 × 0.76 एम प्लस, उस तो बाद 160 × 0.66, उस तो बाद 240 × 0.57, नेक्स्ट 300 × 0.5 एम प्लस, 600 × 0.43 की आ गया, तो 726.4 आ गया। 720 726.4 और ਤੁਸੀਂ ਇਨਵੈਸਟ ਕੀ ਕੀਤਾ ਸੀ ਪੀਵੀਸੀਓ ਕਿੰਨਾ 5 ਲੱਖ। ਨੀਚੇ ਵਾਲੀ ਜਿਹੜੀ ਫਿਗਰ ਸੀ ਸਪਰਸ਼ ਇਨ ਥਾਊਜ਼ੈਂਡਸ ਆ, ਮਤਲਬ 3 ਜ਼ੀਰੋਜ਼ ਘੱਟ ਆ, ਤਾਂ 5 ਲੱਖ ਨੂੰ ਵੀ ਅਸੀਂ ਕੀ ਲਿਖਾਂਗੇ 500। ਸੋ ਇਹ ਚੋਂ 500 ਮਾਈਨਸ ਕਰੋਗੇ 226.4 ਤੁਹਾਡਾ ਐਨਪੀਵੀ ਆ ਗਿਆ। ਕਿਹੜਾ डिवाइड का तो क्या 500 पहला से 726.4। यस ठीक है, सो फेवरेबल आया एनपीवी, तब फेवरेबल है तो पॉजिटिव आपा कह देना। क्लियर हुई गल, बोलो यस और नो। हो गया, रितिश की देखना राजा आ सी प्रेजेंटेशन ईयर्स इनफ्लोस पता, प्रेजेंट वैल्यू फैक्टर्स इस क्वेश्चन फाइंड कीते पिछले हुन जेड़ा एग्जांपल अगला देखिया एक्सरसाइज उच गिवन है, मल्टीप्लाई कर ले। ठीक है, बस ओदा टोटल लगा लिया। पीवीसीआई पीवीसीओ 0 टाइम ते है, सेम वाला की रहूगा, डिफरेंस तो क्या आ जाएगा एनपीवी। ए सीगा डिस्काउंटेड पेबैक, वो अलग मेथड ਉਹਦੇ ਲਈ क्यूमुलेट ਕੀਤਾ। ठीक है, एक चीज और सुनो फिर आप ऑफ कर दे ਇਹਦਾ। हाँ क्वेश्चन देखियो एक मिनट देख के दसो। तनीषा, companies considering the purchase of two machines, exercise 19, machine 1 machine 2, life given है 3 years, life given है 3 years। उस तो बाद की लिखा कैपिटल कॉस्ट मतलब इन्वेस्टमेंट कितनी है ਤੁਹਾਡੀ। ठीक है, कैपिटल कॉस्ट मतलब इन्वेस्टमेंट कितनी है। नेट कैश फ्लोज फर्स्ट ईयर सेकंड ईयर थर्ड ईयर इनफ्लोज आ गए। यू आर रिक्वायर्ड टू कैलकुलेट कि ਕਿਹੜਾ ਮੈਥਡ ਆਪਾਂ ਕਿਹੜਾ ਮਸ਼ੀਨ ਅਸੀਂ ਯੂਜ਼ ਕਰੀਏ, ਸੁਜੈਸਟ ਕਰ ਰਹੇ ਕਰੀਏ ਅਸੀਂ ਉਹਨਾਂ ਨੂੰ ਪਰ ਯੂਜ਼ਿੰਗ ਕਿਹੜਾ ਮੈਥਡ ਪਹਿਲਾ ਕਿਹੜਾ ਕਿਹਾ
पे बैक पीरियड क्या कि डिस्काउंटेड पे बैक क्या? पे बैक क्या था की करोगे? सिंपल वाला। सो की करोगे पे बैक पीरियड ਲਈ ਸਿੰਪਲੀ ਇਹਨੂੰ ਕੀ ਕਰੋਗੇ ਪਹਿਲਾਂ ईयर लिख के आ लिखोगे इनफ्लोस फिर ਇਹਦਾ क्यूमुलेशन क्यूमुलेटिंग की आऊगी बोलो पहली सी 8 6 और 4 है ना क्यूमुलेटिंग करोगे की आ जाऊगा और प्रोजेक्ट दा कॉस्ट की सी 10,000 कितने पूरे हो रहे पैसे इस जगह पे ठीक है सो ਇਹਦਾ फॉर्मूला क्या होगा 1 ईयर पूरा प्लस सेकंड जो चाहिए किया 10,000 -8 मतलब 2 और मिल के रहा 14 -8 6 1/3 आ गया तब 1 + 1/3 बोलो आही आया दूजा मेथड केड़ा गया डिस्काउंटेड कैश फ्लो मेथड यूजिंग 10% डिस्काउंटिंग फैक्टर मतलब एनपीवी लगाना एनपीवी ਲਈ ਕੀ ਕਰਨਾ बोलो ईएस लिख ले पहला ਉਹਦੇ ਆ वाले की लिख लोगे इनफ्लोज इनफ्लोज फिर ਇਹਨਾਂ डिस्काउंटिंग फैक्टर्स लगाओगे 10% वाला कितना 1 अपॉन तो क्या आ जाएगा 0.909 0.826 0.751 तीन आ जाओगे फिर दोनों का मल्टीप्लाई कर लोगे उतो आ जाऊगा पीवीसीआई ਉਹਦੇ टोटल तो आऊगा पीवीसीआई और पीवीसीओ सारा अज ही है तो एज इट इज 10,000 रहूगा दोनों का डिफरेंस करोगे तो को नेट प्रेजेंट वैल्यू आ जाएगी पर करना की है ਤੁਸੀਂ ਸਿਰਫ ਆ ਨਹੀਂ ਦੱਸਣਾ ਕਿ ਮਸ਼ੀਨ 1 ਫੇਵਰੇਬਲ ਹੈ ਕਿ ਨਹੀਂ ਤੁਸੀਂ ਆ ਦੱਸਣਾ ਮਸ਼ੀਨ 1 ਇਜ਼ ਗੁੱਡ ਕਿ 2 ਇਜ਼ ਗੁੱਡ ਤਾਂ ਤੁਸੀਂ ਦੋਨਾਂ ਦਾ ਐਨਪੀਵੀ ਕੰਪੇਅਰ ਕਰਕੇ ਦੱਸੋਗੇ ਦੋਨਾਂ ਦਾ ਪੇਬੈਕ ਕੰਪੇਅਰ ਕਰਕੇ ਦੱਸੋਗੇ ਜਿੱਦਾਂ ਕਿ ਇਸ ਸਾਈਡ ਦੇਖੋ ਰਾਜੇ ਤੁਹਾਡੇ ਦੋਨਾਂ ਚੋਂ ਕਿਹਦੇ ਵਿੱਚ ਜਲਦੀ ਪੈਸੇ ਪੂਰੇ ਹੋ ਰਹੇ मतलब ਇਹਦੇ ਅਕੋਰਡਿੰਗ ਪੇਬੈਕ ਅਕੋਰਡਿੰਗ ਮਸ਼ੀਨ 1 ਇਜ਼ ਫੇਵਰੇਬਲ और एनपीवी अकॉर्डिंग भी ਉਹ ਚ ਪੈਸੇ ਜ਼ਿਆਦਾ ਉਧਰ ਮਿਲਦੇ ਪਏ ਸੋ ਦੋਨਾਂ ਅਕੋਰਡਿੰਗ ਸਾਡਾ ਮਸ਼ੀਨ 1 ਇਜ਼ ਫੇਵਰੇਬਲ क्लियर डिवाइड पीआई चुनना प्रॉफिटेबिलिटी इंडेक्स पीवीसीआई अपॉन पीवीसीओ पिछला कल वाला एक बार क्लास कर लियो पूरी क्लियर हो जाओगे दोबारा ठीक है चलो केड़े केड़े करने हैं आज एक्सरसाइज 15 देन एक्सरसाइज 7 और एक्सरसाइज 19 ठीक है